ਧੰਨ ਵਾਹਿਗੁਰੂ ਜੀਓ। ਪ੍ਰਭਾਤੀ ਅਕੁਲ ਪੁਰਖ ਇਕ ਚਲਿਤ ਉਪਾਇਆ। ਘਟ ਘਟ ਅੰਤਰ ਬ੍ਰਹਮ ਲੁਕਾਇਆ। ਜੀ ਕੀ ਜੋਤ ਨਾ ਜਾਣੈ ਕੋਈ, ਤੈ ਮੈਂ ਕੀਆ ਸੋ ਮਾਲੂਮ ਹੋਈ। ਰਹਾਉ ਜਿਉ ਪਰਗਾਸਿਆ ਮਾਟੀ ਕੁੰਭਿਓ। ਆਪ ਹੀ ਕਰਤਾ ਪੀਠੁਲ ਦਿਓ। ਜੀ ਕਾ ਬੰਧਨਾ ਕਰਮ ਬਿਆਪੈ। ਜੋ ਕਿਛ ਕੀਆ ਸੋ ਆਪੈ ਆਪੈ। ਪ੍ਰਣਵਤ ਨਾਮ ਦਿਓ ਇਹ ਜੀਉ ਚਿਤਵੈ ਸੋ ਲਹੈ। ਅਮਰ ਹੋਏ ਸਦ ਆਕੁਲ ਰਹੈ। ਪ੍ਰਣਵਤ ਨਾਮ ਦਿਓ ਇਹੋ ਜੀਉ ਚਿਤਵੈ ਸੋ ਲਹੈ। ਅਮਰ ਹੋਏ ਸਦ ਆਕੁਲ ਰਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਜੀ ਨੇ ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਕੇ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾ ਕੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਤੇ ਸਾਰਥਕ ਕੀਤਾ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਆਪਾਂ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਲੜੀਵਾਰ ਵਿਚਾਰ ਕਰਨ ਦਾ ਯਤਨ ਕੀਤਾ ਹੈ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1351 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ ਰਾਗ ਪ੍ਰਭਾਤੀ ਦੇ ਵਿੱਚ। ਪ੍ਰਭਾਤੀ ਰਾਗ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਕੁੱਲ 3 ਸ਼ਬਦ ਦਰਜ ਨੇ ਔਰ ਇਹ ਤੀਸਰਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁੱਲ 18 ਰਾਗਾਂ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ 61 ਸ਼ਬਦ ਦਰਜ ਨੇ। ਇਹਨਾਂ ਸਾਰੇ ਹੀ ਸ਼ਬਦਾਂ ਦੀ ਆਪਾਂ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਯਤਨ ਕੀਤਾ ਹੈ ਭਗਤ ਜੀ ਮਹਾਰਾਜ ਦੇ ਉਪਦੇਸ਼ ਨੂੰ ਸਮਝਣ ਦਾ ਤੇ ਵਿਚਾਰਨ ਦਾ। ਗੁਰਬਾਣੀ ਰਚਨ ਵਾਲੇ ਮਹਾਂਪੁਰਖਾਂ ਦੀ ਸੁਰਤ ਹਿਰਦੇ ਆਤਮਾ ਦੇ ਵਿੱਚੋਂ ਨਿਕਲਿਆ ਹੋਇਆ ਅਨੁਭਵ ਹੈ। ਜਿਸ ਭਾਵ ਦੇ ਨਾਲ ਉਹਨਾਂ ਨੇ ਆਪਣੇ ਵਿਚਾਰ ਸ਼ਬਦਾਂ ਦੇ ਰਾਹੀਂ ਪ੍ਰਗਟ ਕੀਤੇ ਹਨ, ਉਹ ਭਾਵ ਮੈਨੂੰ ਸਮਝ ਆ ਗਿਆ ਹੈ। ਇਹ ਦਾਅਵਾ ਕਰਨਾ
ਬਿਲਕੁਲ ਨਿਰਾਰਥਕ ਹੈ, ਕਿਉਂਕਿ ਅਸੀਂ ਸਾਰੇ ਜੀਵ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਕਥਦੇ ਹਾਂ, ਕਹਿੰਦੇ ਹਾਂ, ਵਿਚਾਰਦੇ ਹਾਂ, ਤਾਂ ਸਾਡੀਆਂ ਆਪਣੀਆਂ ਬੁੱਧੀ ਦੀਆਂ ਕੁਝ ਲਿਮੀਟੇਸ਼ਨਸ ਹੁੰਦੀਆਂ ਨੇ, ਕੁਝ ਹੱਦਬੰਦੀਆਂ ਹੁੰਦੀਆਂ ਨੇ, ਸਾਡੇ ਆਪਣੇ ਬੜੇ ਸੀਮਤ ਦਾਇਰੇ ਹਨ, ਸਾਡੇ ਸਮਝਣ ਦੇ ਵੀ, ਸਾਡੇ ਐਕਸਪਲੇਨ ਕਰਨ ਦੇ ਵੀ ਅਤੇ ਸੁਣਨ ਦੇ ਵੀ। ਇਸ ਨੁਕਤੇ ਨੂੰ ਥੋੜ੍ਹਾ ਜਿਹਾ ਸਮਝ ਲਈਏ। ਜਦੋਂ ਅਸੀਂ ਸ਼ਬਦ ਨੂੰ ਪੜ੍ਹਦੇ ਹਾਂ, ਉਸ ਦੇ ਅਰਥ ਸਮਝਦੇ ਹਾਂ, ਤਾਂ ਉਸ ਦੇ ਅਰਥਾਂ ਨੂੰ ਸਮਝਦਿਆਂ ਹੋਇਆਂ ਜਿੰਨਾ ਕੁ ਸਾਡਾ IQ ਲੈਵਲ ਹੈ, ਜਿੰਨਾ ਕੁ ਸਮਝਣ ਦਾ ਸਾਡੇ ਅੰਦਰ ਮਾਦਾ ਹੈ, ਉਸ ਹਿਸਾਬ ਦੇ ਨਾਲ ਅਸੀਂ ਉਸ ਦਾਇਰੇ ਦੇ ਵਿੱਚ ਰਹਿ ਕੇ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਵਿਚਾਰ ਬਹੁਤ ਉੱਚਾ ਹੁੰਦਾ ਹੈ, ਸਾਡੀ ਓਨੀ ਮਾਨਸਿਕ ਆਤਮਿਕ ਉਡਾਰੀ ਨਹੀਂ ਹੁੰਦੀ, ਅਸੀਂ ਉਸ ਸ਼ਬਦ ਨੂੰ ਆਪਣੇ ਪੱਧਰ ਉੱਤੇ ਲਿਆ ਕੇ ਵਿਚਾਰਨ ਦਾ ਯਤਨ ਕਰਦੇ ਹਾਂ। ਇਹਦਾ ਭਾਵ ਹੈ ਕਿ ਸਾਡੀ ਹੱਦ ਹੀ ਇੰਨੀ ਕੁ ਹੁੰਦੀ ਹੈ। ਫਿਰ ਉਸ ਨੂੰ ਜਦੋਂ ਅਸੀਂ ਐਕਸਪਲੇਨ ਕਰਨਾ ਹੈ, ਕਹਿਣਾ ਹੈ, ਤਾਂ ਹੋ ਸਕਦਾ ਜਿੰਨੀ ਗੱਲ ਸਮਝ ਆਈ ਹੋਵੇ ਉਸ ਵਿੱਚੋਂ ਬਹੁਤ ਥੋੜ੍ਹਾ ਹਿੱਸਾ ਹੀ ਅਸੀਂ ਐਕਸਪਲੇਨ ਕਰ ਸਕੇ ਹੋਈਏ, ਕਿਉਂਕਿ ਐਕਸਪਲੇਨ ਕਰਨ ਲਈ, ਵਿਆਖਿਆ ਕਰਨ ਲਈ, ਕੁਝ ਦੱਸਣ ਲਈ, ਕੁਝ ਕਥਨ ਕਰਨ ਲਈ ਹੋ ਸਕਦਾ ਤੁਹਾਡੇ ਕੋਲ ਲੋੜੀਂਦੇ ਸ਼ਬਦ ਨਾ ਹੋਣ, ਤੁਹਾਡੀ ਵਾਕ ਬਣਤਰ ਸਹੀ ਨਾ ਹੋਵੇ, ਜਿਸ ਫੀਲਿੰਗ ਨੂੰ ਜਾਂ ਜਿਸ ਭਾਵ ਨੂੰ ਤੁਸੀਂ ਬਿਆਨ ਕਰਨਾ ਹੈ ਉਹਦੇ ਲਈ ਲੋੜੀਂਦੀ ਸਮੱਗਰੀ ਜਾਂ ਤੁਹਾਡੀ ਕਹਿਣ ਦੀ ਸਮਰੱਥਾ ਇੰਨੀ ਨਾ ਹੋਵੇ। ਅਤੇ ਤੀਜੀ ਗੱਲ ਆ ਜਾਂਦੀ ਹੈ, ਜੋ ਸਮਝਿਆ ਅਤੇ ਜੋ ਕਥਿਆ ਉਸ ਨੂੰ ਸੁਣਨ ਵਾਲਾ ਵੀ ਆਪਣੇ ਦਾਇਰੇ ਵਿੱਚ ਰਹਿ ਕੇ ਸੁਣਦਾ ਹੈ। ਹੋ ਸਕਦਾ ਹੈ ਜਿਸ ਭਾਵ ਵਿੱਚ ਉਹ ਕਿਸੇ ਨੇ ਕੋਈ ਗੱਲ ਕਹੀ ਹੈ, ਉਸ ਨੂੰ ਅਸੀਂ ਆਪਣੇ ਦਾਇਰੇ ਵਿੱਚ ਰਹਿ ਕੇ ਜਦੋਂ ਸੁਣਦੇ ਹਾਂ ਤਾਂ ਉਹਦਾ ਆਪਣਾ ਮਤਲਬ ਵੀ ਇੱਕ ਕੱਢ ਲੈਂਦੇ ਹਾਂ। ਇੱਕ ਉਦਾਹਰਣ ਸਾਂਝੀ ਕਰਦਾ ਹਾਂ। ਭਗਤ ਬਾਣੀ ਨੂੰ ਵਿਚਾਰਦਿਆਂ ਹੋਇਆਂ ਇਹ ਉਦਾਹਰਣ ਗੁਰਬਾਣੀ ਦੀ ਵਿਚਾਰ ਵਿੱਚ ਬੜੀ ਸਾਡੀ ਸਹਾਇਤਾ ਕਰੇਗੀ ਅਤੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਆਪਣੇ ਆਪਣੇ ਦਾਇਰੇ ਵਿੱਚ ਕਿਵੇਂ ਕਈ ਵਾਰ ਹਰ ਗੱਲ ਨੂੰ ਆਪਣੇ ਪੱਧਰ ਉੱਤੇ ਹੀ ਸਮਝਦੇ ਹਾਂ। ਗੌਤਮ ਬੁੱਧ, ਜਿਨ੍ਹਾਂ ਨੂੰ ਮਹਾਤਮਾ ਬੁੱਧ ਕਰਕੇ ਜਾਣਿਆ ਜਾਂਦਾ ਹੈ, ਉਹਨਾਂ ਨੇ ਆਪਣੇ ਉਪਦੇਸ਼ ਦਿੱਤਾ, ਸਾਹਮਣੇ ਜਿੰਨੇ ਸਤ ਸੰਗੀ ਉਹਨਾਂ ਦੇ ਬੈਠੇ ਸਨ। ਹੁਣ ਉਹਨਾਂ ਨੇ ਕੁਝ ਸਮਾਂ ਆਪਣਾ ਜਿਹੜਾ ਵਿਚਾਰ ਉਹਨਾਂ ਨਾਲ ਸਾਂਝਾ ਕੀਤਾ ਹੋਏਗਾ। ਖੌਰੇ ਕਿੰਨਾ ਸਮਾਂ, ਅੱਧਾ ਘੰਟਾ ਲਾਇਆ, 1 ਘੰਟਾ ਲਾਇਆ, ਕਿੰਨਾ ਸਮਾਂ ਲਾਇਆ। ਉਹਨਾਂ ਨੇ ਜਦੋਂ ਆਪਣਾ ਸਾਰਾ ਉਪਦੇਸ਼ ਕਨਵੇ ਕਰ ਲਿਆ, ਮੈਸੇਜ ਕਨਵੇ ਕਰ ਲਿਆ, ਉਪਦੇਸ਼ ਸੁਣਾ ਦਿੱਤਾ ਸਾਹਮਣੇ ਬੈਠੀ ਸੰਗਤ ਨੂੰ, ਤਾਂ ਅਖੀਰ ਤੇ ਉਹਨਾਂ ਨੇ ਵਾਕ ਕਿਹਾ ਵੀ ਜਾਓ ਹੁਣ ਆਪਣੇ ਆਪਣੇ ਹਿਸਾਬ ਨਾਲ ਕੰਮ ਕਰੋ। ਹੁਣ ਇਹ ਜਿਹੜੀ ਗੱਲ ਅਖੀਰ ਦੇ ਉੱਤੇ ਉਹਨਾਂ ਨੇ ਕਹੀ ਸੀ ਨਾ, ਇਹ ਅਖੀਰ ਦੇ ਉੱਤੇ ਕਹੀ ਹੋਣ ਕਰਕੇ ਤੇ ਉਹਨਾਂ ਨੇ ਸੁਣੀ ਸਾਰਿਆਂ ਨੇ। ਤੇ ਉਹਨਾਂ ਵਿੱਚੋਂ ਇੱਕ ਸ਼ਰਾਬੀ ਸੀ, ਉਹਨੇ ਜਾ ਕੇ ਸ਼ਰਾਬ ਕੱਢੀ ਵੀ ਤੇ ਪੀਤੀ ਵੀ। ਉਹਦੇ ਘਰਦਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਹੁਣੇ ਸਤ ਸੰਗਤ ਚੋਂ ਆਏ ਹੋ ਤੇ ਇਹ ਕੀ ਕਰ ਰਹੇ ਹੋ। ਉਹ ਕਹਿੰਦਾ ਸਾਨੂੰ ਮਹਾਤਮਾ ਜੀ ਨੇ ਕਿਹਾ ਜਾਓ ਆਪਣਾ ਆਪਣਾ ਕੰਮ ਕਰੋ, ਤੇ ਮੇਰਾ ਤੇ ਰੋਜ਼ ਦਾ ਕੰਮ ਹੀ ਇਹ ਹੈ। ਜੁਆਰੀ ਜਿਹੜਾ ਸੀ ਉਹ ਜੂਏ ਖਾਨੇ ਵਿੱਚ ਚਲਾ ਗਿਆ, ਵਿਭਚਾਰੀ ਵਿਭਚਾਰ ਦੇ ਅੱਡੇ ਤੇ ਚਲਾ ਗਿਆ। ਹੁਣ ਉਹਨਾਂ ਤਿੰਨਾਂ ਦੇ ਘਰਦਿਆਂ ਨੇ ਸ਼ਿਕਾਇਤ ਕੀਤੀ ਅਗਲੇ ਦਿਨ ਆ ਕੇ ਕਿ ਤੁਸੀਂ ਇਹਨਾਂ ਨੂੰ ਕੀ ਸਿਖਾਉਂਦੇ ਹੋ, ਇਹਨਾਂ ਨੂੰ ਤਾਂ ਜ਼ਰਾ ਜਿੰਨਾ ਵੀ ਫਰਕ ਨਹੀਂ ਪਿਆ। ਸ਼ਰਾਬੀ ਸ਼ਰਾਬ ਖਾਨੇ 'ਚ ਜਾ ਵੜਿਆ, ਜੁਆਰੀ ਜੂਆ ਖਾਨੇ ਵਿੱਚ ਚਲਾ ਗਿਆ, ਵਿਭਚਾਰੀ ਵਿਭਚਾਰ ਦੇ ਅੱਡੇ ਤੇ ਚਲਾ ਗਿਆ। ਇਹਨਾਂ 'ਚ ਕੋਈ ਤਬਦੀਲੀ ਨਹੀਂ ਹੈ, ਇੱਕ ਦਿਨ ਵੀ ਨਹੀਂ ਰੁਕੇ। ਮਹਾਤਮਾ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਬਈ, ਤੁਸੀਂ ਕੱਲ੍ਹ ਇੰਨਾ ਕੁਝ ਸੁਣਿਆ ਤੇ ਬੜੇ ਧਿਆਨ ਨਾਲ ਸੁਣਿਆ, ਤੇ ਬੰਦਾ ਥੋੜ੍ਹਾ ਬਹੁਤ ਸਮਾਂ ਤੇ ਪ੍ਰਭਾਵ ਕਬੂਲ ਕਰਦਾ ਹੈ ਨਾ। ਉਹ ਕਹਿੰਦੇ ਜੀ ਤੁਸੀਂ ਤਾਂ ਕਿਹਾ ਵੀ ਜਾਓ ਹੁਣ ਆਪਣਾ ਆਪਣਾ ਹਿਸਾਬ ਨਾਲ ਕੰਮ ਕਰੋ। ਮਹਾਤਮਾ ਜੀ ਮੁਸਕਰਾਏ, ਕਹਿਣ ਲੱਗੇ ਮੈਂ ਇਹ ਥੋੜ੍ਹਾ ਕਿਹਾ ਸੀ ਵੀ ਜੋ ਰੋਜ਼ ਕਰਦੇ ਹੋ ਉਹੀ ਕਰੋ। ਮੈਂ ਕਿਹਾ ਸੀ ਵੀ ਜੋ ਮੈਂ ਕਿਹਾ ਹੈ ਉਹਨੂੰ ਆਪਣੇ ਆਪਣੇ ਹਿਸਾਬ ਨਾਲ ਇੰਪਲੀਮੈਂਟ ਕਰੋ, ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੈ, ਵੱਖਰੀ ਵੱਖਰੀ ਹੈ। ਤੁਸੀਂ ਸਾਰਾ ਉਪਦੇਸ਼ ਛੱਡ ਦਿੱਤਾ, ਅਖੀਰਲੀ ਗੱਲ ਜਿਹੜੀ ਸੀ ਉਹਨੂੰ ਤੁਸੀਂ
ਆਪਣੀ ਮਰਜ਼ੀ ਨਾਲ ਆਪਣੇ ਅਰਥਾਂ ਵਿੱਚ ਟੁਕਾ ਲਿਆ। ਮੇਰੀ ਅਖੀਰਲੀ ਗੱਲ ਦਾ ਅਰਥ ਪਹਿਲੀ ਗੱਲ ਨੇ ਕੱਢਣਾ ਸੀ, ਜਿਹੜੀ ਮੈਂ ਪਹਿਲਾਂ ਕਹੀ ਹੈ। ਜਿਵੇਂ ਕੋਈ ਕਾਜ਼ੀ ਸਾਹਿਬ ਕਿਤੇ ਕਹਿ ਰਹੇ ਸਨ ਕਿ ਨਮਾਜ਼ ਮਤ ਪੜ੍ਹੋ ਅਗਰ ਅਮਲ ਨਹੀਂ ਕਰਨਾ। ਹੁਣ ਇਹ ਗੱਲ ਜਦੋਂ ਫਿਕਰਾ ਇਕੱਠਾ ਬੋਲਿਆ ਜਾਏ ਤਾਂ ਇਹਦਾ ਮਤਲਬ ਹੁੰਦਾ ਹੈ ਵੀ ਨਮਾਜ਼ ਤੋਂ ਨਹੀਂ ਰੋਕਿਆ ਜਾ ਰਿਹਾ, ਦੱਸਿਆ ਜਾ ਰਿਹਾ ਵੀ ਨਮਾਜ਼ ਪੜ੍ਹਨ ਦਾ ਲਾਭ ਤਾਂ ਹੈ ਜੇ ਅਮਲ ਹੋਵੇ। ਲੋਕ ਪੱਥਰ ਚੁੱਕ ਕੇ ਆ ਗਏ, ਕਹਿੰਦੇ ਤੂੰ ਕਿਹੋ ਜਿਹਾ ਮੁੱਲਾ ਹੈ, ਕਿਹੋ ਜਿਹਾ ਕਾਜ਼ੀ ਹੈ, ਮਸੀਤ ਵਿੱਚ ਬਹਿ ਕੇ ਲੋਕਾਂ ਨੂੰ ਆਨਾ ਨਮਾਜ਼ ਨਾ ਪੜ੍ਹੋ। ਉਹ ਕਹਿੰਦਾ ਵੀ ਮੈਂ ਤਾਂ ਇਹ ਵੇਖ ਕੇ, ਅਮਲ ਵੇਖ ਕੇ ਕਿਹਾ ਵੀ ਤੁਸੀਂ ਰੋਜ਼ ਆਉਂਦੇ ਹੋ, ਨਮਾਜ਼ ਵੀ ਪੜ੍ਹਦੇ ਹੋ, ਤੇ ਬਦਲਦਾ ਤੇ ਕੁਝ ਨਹੀਂ, ਇਸ ਕਰਕੇ ਮਤ ਪੜ੍ਹੋ ਜੇ ਅਮਲ ਨਹੀਂ ਕਰਨਾ। ਮੈਂ ਮਤ ਪੜ੍ਹੋ, ਤੁਸੀਂ ਮਗਰਲੀ ਗੱਲ ਚੁੱਕ ਲਈ ਹੈ। ਅਮਲ ਤੇ ਇਸਲਾਮ ਜੋ ਮਜ਼ਹਬ ਅਮਲ ਸਿਖਾਉਂਦਾ ਉਹ ਤੁਸੀਂ ਛੱਡ ਦਿੱਤਾ ਹੈ। ਤੋ ਇੱਕ ਸੁਭਾਵਿਕ ਗੱਲ, ਉਹਦੀ ਫੀਲਿੰਗ ਜਿਹੜੀ ਸੀ ਗੱਲ ਦੀ, ਗੱਲ ਕਰਨ ਵਾਲੇ ਦੀ ਜਿਹੜੀ ਭਾਵਨਾ ਹੈ, ਜਦੋਂ ਉਸ ਨੂੰ ਨਾ ਸਮਝਿਆ ਜਾਏ ਤਾਂ ਕਈ ਵਾਰ ਬੰਦਾ ਆਪਣੀ ਸਮਝ ਮੁਤਾਬਕ ਵੀ ਦੂਜੇ ਦੀ ਸੁਣੀ ਹੋਈ ਗੱਲ ਦੇ ਅਰਥ ਕਰ ਲੇ। ਇਹ ਮੈਂ ਇਸ ਕਰਕੇ ਉਦਾਹਰਨਾਂ ਸਾਂਝੀਆਂ ਕੀਤੀਆਂ ਨੇ। ਭਗਤ ਜੀ ਮਹਾਰਾਜ ਦੇ ਉਪਦੇਸ਼ ਨੂੰ ਜਾਂ ਬਾਣੀ ਦੇ ਉਪਦੇਸ਼ ਨੂੰ ਸੁਣ ਕੇ ਹੋ ਸਕਦਾ ਅਸੀਂ ਸਾਰੇ ਹੀ ਆਪਣੇ ਆਪਣੇ ਦਾਇਰੇ ਮੁਤਾਬਕ ਇਹਦਾ ਅਰਥ ਕਰੀਏ। ਪਹਿਲਾਂ ਪੜ੍ਹ ਕੇ ਸਾਡੀ ਸਮਝ ਦਾ ਦਾਇਰਾ ਹੈ, ਦੂਜੀ ਚੀਜ਼ ਸੀ ਉਹਨੂੰ ਐਕਸਪਲੇਨ ਕਰਨ ਦਾ ਸਾਡਾ ਆਪਣਾ ਲੈਵਲ ਹੁੰਦਾ ਹੈ, ਤੀਜਾ ਹੈ ਸਾਡਾ ਸੁਣ ਕੇ ਉਹਦੇ ਅਰਥ ਸਮਝਣ ਦਾ ਦਾਇਰਾ ਸਾਡਾ ਆਪਣਾ ਹੁੰਦਾ। ਪਰ ਸਾਡੀ ਇਹ ਕੋਸ਼ਿਸ਼ ਹੈ, ਆਪਣੀ ਸਾਰਿਆਂ ਦੀ ਇਹ ਰਹਿਣੀ ਚਾਹੀਦੀ ਹੈ ਕੋਸ਼ਿਸ਼, ਵੀ ਅਸੀਂ ਭਗਤ ਜੀ ਮਹਾਰਾਜ ਦੇ ਜਾਂ ਗੁਰੂ ਸਾਹਿਬਾਂ ਦੀ ਬਾਣੀ ਉਚਾਰਨ ਕਰਨ ਵਾਲੇ ਜਿੰਨੇ ਵੀ ਮਹਾਂਪੁਰਖ ਨੇ, ਗੁਰਬਾਣੀ ਰਚੇਤਾ ਮਹਾਂਪੁਰਖ ਨੇ, ਉਹਨਾਂ ਸਾਰਿਆਂ ਦੀ ਫੀਲਿੰਗ ਤੇ ਭਾਵਨਾ ਨੂੰ ਸਮਝ ਸਕੀਏ। ਸਾਡਾ ਪਰਪਸ, ਸਾਡਾ ਮਕਸਦ, ਸਾਡਾ ਨਿਸ਼ਾਨਾ ਇਹ ਹੋਵੇ ਤੇ ਬਖਸ਼ਿਸ਼ ਮੰਗੀਏ ਵੀ ਅਸੀਂ ਉਸ ਭਾਵ ਨੂੰ ਗ੍ਰਹਿਣ ਕਰ ਲਈਏ, ਜਿਹੜੀ ਭਾਵਨਾ ਜਿਸ ਫੀਲਿੰਗ ਵਿੱਚੋਂ, ਜਿਸ ਅੰਦਰ ਦੇ ਟਿਕਾਅ ਵਿੱਚੋਂ ਮਹਾਨ ਪੁਰਖਾਂ ਨੇ ਇਹ ਬਾਣੀ ਕਥੀ ਹੈ। ਤਾਂ ਫਿਰ ਵੀ ਅਸੀਂ ਇਹ ਯਤਨ ਆਪਾਂ ਰਲ ਮਿਲ ਕੇ ਕਰਦੇ ਹਾਂ। ਤਾਂ ਇਸ ਦਾ ਭਾਵ ਇਹ ਨਹੀਂ ਹੈ ਵੀ ਜੋ ਕਥਿਆ ਹੈ ਉਹ ਪਰਫੈਕਟ ਹੈ ਜਾਂ ਉਸ ਤੋਂ ਅੱਗੇ ਕੋਈ ਨਹੀਂ ਕਹਿ ਸਕਦਾ, ਜਾਂ ਜੋ ਕਿਹਾ ਗਿਆ ਉਹਦੇ 'ਚ ਊਣਤਾਈ ਕੋਈ ਨਹੀਂ, ਉਹਦੇ 'ਚ ਬਥੇਰੀਆਂ ਊਣਤਾਈਆਂ। ਪਰ ਸਾਡਾ ਸਾਰਿਆਂ ਦਾ ਮਕਸਦ ਜਿਹੜਾ ਹੈ ਉਹ ਸਤਸੰਗ ਕਰਦਿਆਂ ਹੋਇਆਂ ਨੇੜੇ ਹੋਣ ਦੀ ਕੋਸ਼ਿਸ਼ ਕਰਨਾ ਹੈ। ਵੀ ਜੇ ਅਸੀਂ ਇੰਚ ਭਰ ਵੀ ਨੇੜੇ ਹੋ ਗਏ, ਥੋੜ੍ਹਾ ਬਹੁਤ ਵੀ ਅਸੀਂ ਸਮਾਂ ਜਿਹੜਾ ਹੈ ਜੇ ਅਸੀਂ ਸਫਲਾ ਕਰ ਸਕੇ ਤਾਂ ਇਹ ਸਾਡੀ ਪ੍ਰਾਪਤੀ ਹੋਵੇਗੀ। ਗਰੀਬ ਨਵਾਜ਼ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ 61ਵਾਂ, ਇੱਕ ਸ਼ਬਦ ਮੈਂ ਛੱਡਿਆ ਹੈ, ਉਸ ਨੂੰ ਆਪਾਂ ਬਾਅਦ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਤੋ ਇਹ 61ਵਾਂ ਸ਼ਬਦ ਹੈ ਗਿਣਤੀ ਦੇ ਪੱਖੋਂ ਅਖੀਰਲਾ ਸਮਾਪਤੀ ਦਾ ਸ਼ਬਦ ਜੋ ਪ੍ਰਭਾਤੀ ਰਾਗ ਵਿੱਚ ਹੈ। ਇਸ ਦੇ ਰਹਾਉ ਦੇ ਬੰਦ ਵਿੱਚ ਭਗਤ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਜੀ ਕੀ ਜੋਤ ਨਾ ਜਾਣੈ ਕੋਈ। ਹਰ ਜੀ ਦੇ ਅੰਦਰ ਪਰਮੇਸ਼ਰ ਦੀ ਜੋਤ ਹੈ, ਸਤਾ ਹੈ, ਪਰ ਜੀਵ ਆਪਣੇ ਭਰਮ ਵਿੱਚ ਭੁੱਲੇ ਹੋਏ ਉਸ ਨੂੰ ਜਾਣਦੇ ਨਹੀਂ। ਕੋਈ ਵਿਰਲਾ ਜਾਣ, ਜਦੋਂ ਕੋਈ ਜਾਂ ਵਿਰਲਾ ਸ਼ਬਦ ਆਉਂਦਾ ਇਹਦਾ ਮਤਲਬ ਹੁੰਦਾ ਇੰਪੋਰਟੈਂਟ, ਜਿਸ ਨੂੰ ਗੁਰਬਾਣੀ ਪੰਚ ਕਹਿੰਦੀ ਹੈ, ਜਨ ਕਹਿੰਦੀ ਹੈ, ਗੁਰਮੁਖ ਕਹਿੰਦੀ ਹੈ। ਵਿਰਲੇ ਜਨ ਹਨ ਜਿਹੜੇ ਇਸ ਭਾਵ ਨੂੰ ਸਮਝਦੇ ਹਨ। ਨਹੀਂ ਤਾਂ ਆਮ ਸਧਾਰਨ ਤੌਰ ਜੋਤ ਸਾਡੇ ਅੰਦਰ ਸਭਨਾਂ ਵਿੱਚ ਹੈ, ਪਰਮੇਸ਼ਰ ਦੀ ਜੋਤ, ਪਰ ਅਸੀਂ ਉਸ ਨੂੰ ਜਾਣਦੇ ਨਹੀਂ, ਬੁੱਝਦੇ ਨਹੀਂ, ਉਸ ਤੋਂ ਖੁੰਝੇ ਹੋਏ ਹਾਂ, ਉਸ ਤੋਂ ਭੁੱਲੇ ਹੋਏ ਹਾਂ। ਜਪ ਬਾਣੀ ਦਾ ਆਪ ਜੀ ਪਾਠ ਕਰਦੇ ਹੋ, ਜਪਜੀ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਉਹ ਸਭਨਾਂ ਨੂੰ ਵੇਖਦਾ, ਅਸੀਂ ਸਾਰੇ ਉਹਦੀ ਨਜ਼ਰ ਥੱਲੇ ਹਾਂ। ਭਾਵ ਉਸ ਨੂੰ ਅਸੀਂ ਧੋਖਾ ਨਹੀਂ ਦੇ ਸਕਦੇ, ਛਾਲ ਨਹੀਂ ਸਕਦੇ, ਲੁਕਾ ਨਹੀਂ ਸਕਦੇ। ਅੰਤਰਜਾਮੀ ਸਭ ਵਿਦ ਜਾਣੈ, ਉਹ ਵੇਖੈ ਉਹਨਾਂ ਨਜ਼ਰ ਨਾ। ਪਰ ਜਿਨ੍ਹਾਂ ਨੂੰ ਉਹ ਵੇਖਦਾ ਹੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਵੀ ਸਾਨੂੰ ਕੋਈ ਤੱਕ ਰਿਹਾ ਹੈ, ਜਾਂ ਸਾਡਾ ਕਰਮ ਜਿਹੜਾ ਹੈ ਉਹ ਗੁੱਝਾ ਨਹੀਂ, ਲੁਕਿਆ ਹੋਇਆ ਨਹੀਂ। ਸਾਨੂੰ ਕਿਉਂ ਸਮਝ ਨਹੀਂ ਪੈਂਦੀ? ਕਿਉਂਕਿ ਅਸੀਂ ਹਉਮੈ ਤੇ ਭਰਮ ਦੀ ਵਲਗਣ ਵਿੱਚ ਹਾਂ। ਭਰਮ ਦੀਆਂ ਪੱਟੀਆਂ ਸਾਡੀ ਸੁਰਤ ਦੀਆਂ ਅੱਖਾਂ ਦੇ ਉੱਤੇ ਵੱਜੀਆਂ ਹੋਈਆਂ। ਅਸੀਂ ਅਗਿਆਨੀ ਹਾਂ। ਸਾਡੀ ਅਗਿਆਨਤਾ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੰਦੀ। ਅਸੀਂ ਸਵੈ ਸੋਝੀ ਤੋਂ, ਵਿਵੇਕ ਤੋਂ ਸਖਣੇ ਹਾਂ। ਭਗਤ ਜੀ ਮਹਾਰਾਜ ਕਹਿੰਦੇ ਜੀ ਕੀ ਜੋਤ, ਹਰ ਜੀ ਦੇ ਅੰਦਰ ਉਸ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ।
ਨਾ ਜਾਣੈ ਕੋਈ, ਪਰ ਜੀਵ ਭਰਮਾਂ ਵਿੱਚ ਭੁੱਲੇ ਹੋਏ ਇਸ ਗੱਲ ਨੂੰ ਜਾਣਦੇ ਨਹੀਂ ਵੀ ਸਾਡੇ ਵਜੂਦ ਵਿੱਚ ਵਾਹਿਗੁਰੂ ਵਸਿਆ ਹੋਇਆ। ਸਭ ਮੈਂ ਜੋਤ ਜੋਤ ਹੈ ਸੋਏ, ਉਹ ਪਰਮੇਸ਼ਰ ਵਾਹਿਗੁਰੂ ਸਾਡੇ ਵਿੱਚ ਹੈ, ਸਭਨਾਂ ਵਿੱਚ ਹੈ, ਪਰ ਅਸੀਂ ਨਹੀਂ ਜਾਣਦੇ। ਸਾਡੇ 'ਚ ਹੈ ਪਰ ਸਾਨੂੰ ਗਿਆਨ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਰਾਗ ਸ੍ਰੀ ਰਾਗ ਦੇ ਵਿੱਚ, ਐਬ ਤਨ ਚਿਕੜੋ ਇਹ ਮਨ ਮੀਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਕਮਲ ਫੁੱਲ ਚਿੱਕੜ ਵਿੱਚ ਹੁੰਦਾ, ਆਪਾਂ ਸਾਰੇ ਜਾਣਦੇ। ਛੱਪੜ ਦੇ ਵਿੱਚ ਕਮਲ ਫੁੱਲ ਉੱਗਦੇ ਨੇ, ਚਿੱਕੜ ਦੇ ਵਿੱਚ। ਤੇ ਜਿਹੜਾ ਡੱਡੂ ਹੈ ਉਹ ਵੀ ਉਸ ਛੱਪੜ 'ਚ ਹੀ ਰਹਿੰਦਾ, ਪਰ ਉਸ ਨੂੰ ਕਮਲ ਫੁੱਲ ਨਾਲ ਕੋਈ ਕੰਸਰਨ ਨਹੀਂ, ਕੋਈ ਮਤਲਬ ਨਹੀਂ। ਉਹ ਸਾਰੀ ਹਯਾਤੀ, ਸਾਰੀ ਜ਼ਿੰਦਗੀ ਚਿੱਕੜ ਖਾਂਦਾ ਹੈ ਉਸੇ ਛੱਪੜ ਵਿੱਚ ਰਹਿ ਕੇ। ਭਵਰਾ ਦੂਰੋਂ ਆਉਂਦਾ, ਭਵਰਾ ਦੂਰ ਤੋਂ ਆ ਕੇ ਉਸ ਕਮਲ ਫੁੱਲ ਦੇ ਉੱਤੇ ਬਹਿ ਕੇ ਉਹਦਾ ਰਸ ਪੀਂਦਾ, ਉਹਦੀ ਸੁਗੰਧ ਮਾਣਦਾ, ਉਹਦਾ ਖੇੜਾ ਮਾਣਦਾ, ਉਹਦੀ ਤਾਜ਼ਗੀ ਮਾਣਦਾ। ਪਰ ਡੱਡੂ ਸਾਰੀ ਉਮਰ ਉਸ ਕਮਲ ਫੁੱਲ ਦੇ ਕਦਮਾਂ 'ਚ ਰਹਿੰਦਾ, ਚਿੱਕੜ ਹੀ ਖਾਂਦਾ। ਉਸੇ ਚਿੱਕੜ ਦੇ ਵਿੱਚ ਹੀ ਕਮਲ ਫੁੱਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਹਿਣ ਦਾ ਭਾਵ ਕੀ ਹੈ? ਹਜ਼ੂਰ ਕਹਿੰਦੇ ਨੇ ਐਬ ਤਨ ਚਿੱਕੜੋ, ਜਿਹੜੇ ਸਾਡੇ ਐਬ ਨੇ ਨਾ, ਇਹ ਚਿੱਕੜ ਹੈ। ਸਮਝੋ ਵੀ ਇਹ ਚਿੱਕੜ ਹੈ। ਸਰੀਰ ਸਾਡਾ ਸਰੋਵਰ ਹੈ, ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ। ਇਹ ਸਰੀਰ ਜਿਹੜਾ ਹੈ ਨਾ, ਸਮਝੋ ਵੀ ਇਹ ਸਰੋਵਰ ਹੈ, ਤੇ ਐਬ ਜਿਹੜੇ ਨੇ, ਔਗਣ ਜਿਹੜੇ ਨੇ ਸਾਡੇ, ਉਹ ਚਿੱਕੜ ਨੇ। ਤੇ ਕਮਲ ਫੁੱਲ ਸਾਡੇ ਅੰਦਰ ਵਸਦੇ ਹੋਏ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ, ਉਹ ਕਮਲ ਫੁੱਲ ਹੈ ਸਮਝੋ। ਤੇ ਮਨ ਸਾਡਾ ਡੱਡੂ ਦੀ ਨਿਆਈ ਹੈ। ਮਨ ਕਿੱਥੇ ਲੱਗਾ ਰਹਿੰਦਾ? ਸਰੀਰ ਦੇ ਐਬਾਂ ਨਾਲ, ਸਰੀਰ ਦੇ ਔਗਣਾਂ ਨਾਲ, ਸਰੀਰ ਦੇ ਚਸਕਿਆਂ ਨਾਲ। ਉਹਦੀ ਸਾਰੀ ਦੌੜ ਹੀ ਚਿੱਕੜ ਖਾਣ ਵਾਲੇ ਪਾਸੇ ਆ, ਵੀ ਸਰੀਰ ਨਾਲ ਵੱਧ ਤੋਂ ਵੱਧ ਐਬ, ਵੱਧ ਤੋਂ ਵੱਧ ਔਗਣ, ਵੱਧ ਤੋਂ ਵੱਧ ਚਸਕੇ, ਵੱਧ ਤੋਂ ਵੱਧ ਵਿਕਾਰ ਭੋਗੇ ਜਾ ਸਕਣ। ਕਿੰਨੀ ਖਿੱਚ ਹੈ ਮਨ ਨੂੰ ਇਸ ਪਾਸੇ ਦੀ। ਪਰ ਮਨ ਨੂੰ ਅਹਿਸਾਸ ਨਹੀਂ ਹੈ, ਜਿਸ ਨੂੰ ਹਜ਼ੂਰ ਬਾਣੀ 'ਚ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂੜ ਪਛਾਣ। ਜਦ ਮਹਾਰਾਜ ਕਹਿੰਦੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ। ਘਰ ਦਾ ਮਤਲਬ ਤੇਰੇ ਆਪਣੇ ਅਸਲੇ ਵਿੱਚ, ਤੇਰੇ ਆਪਣੇ ਵਜੂਦ ਵਿੱਚ, ਤੇਰੇ ਆਪਣੇ ਆਪ ਵਿੱਚ। ਉਹ ਤੇਰੇ ਆਪਣੇ ਵਜੂਦ ਵਿੱਚ ਹੈ, ਪਰ ਤੈਨੂੰ ਉਸ ਦੀ ਖਬਰ ਨਹੀਂ, ਸੋਏ ਨਹੀਂ, ਸੋਝੀ ਨਹੀਂ। ਫਿਰ ਫਰਮਾਉਂਦੇ ਹਨ, ਐਬ ਤਨ ਚੀਕੜੋ ਇਹ ਮਨ ਮੀਨਕੋ, ਕਮਲ ਕੀ ਸਾਰ ਨਹੀਂ ਮੂਲ। ਮੂਲੋਂ ਹੀ ਨਹੀਂ ਸਮਝੀ ਇਸਨੇ, ਸਾਰ ਨਹੀਂ ਜਾਣੀ, ਕਦਰ ਨਹੀਂ ਕੀਤੀ। ਭੌਰ ਉਸਤਾਦ ਨਿਤ ਭਾਖਿਆ ਬੋਲੇ। ਭੌਰਾ, ਭਵਰਾ ਜਿਹੜਾ ਉਸ ਦਾ ਰਸ ਪੀਂਦਾ। ਭਵਰਾ ਇੱਥੇ ਗੁਰੂ ਨੂੰ ਲਿਖਿਆ, ਉਸਤਾਦ ਸਮਝਾਉਣ ਵਾਲਾ ਗੁਰੂ ਭਵਰੇ ਦੀ ਨਿਆਈ ਹੈ। ਉਹ ਸਾਡੇ ਐਬ ਨਹੀਂ ਵੇਖਦਾ, ਗੁਰੂ ਸਾਡੇ ਔਗਣ ਨਹੀਂ ਵੇਖਦਾ। ਗੁਰੂ ਸਾਡੇ ਅੰਦਰ ਵਸੇ ਹੋਏ ਪਰਮੇਸ਼ਰ ਵਾਹਿਗੁਰੂ ਦੀ ਜੋਤ ਦਾ ਅਹਿਸਾਸ ਕਰਦਾ ਹੈ। ਅਸੀਂ ਮਨਮੁਖ ਹਾਂ, ਸਾਖਤ ਹਾਂ, ਖੁੰਝੇ ਹਾਂ, ਭੁੱਲੇ ਹਾਂ, ਭਟਕੇ ਹਾਂ, ਗੁਨਾਹਗਾਰ ਹਾਂ, ਪਾਪੀ ਹਾਂ। ਉਹ ਫਿਰ ਵੀ ਸਾਨੂੰ ਚਿੱਕੜ ਵਿੱਚੋਂ ਬਾਹਰ ਕੱਢ ਕੇ, ਗੁਰੂ ਨੂੰ ਕੋਈ ਪੁੱਛੇ, ਮਹਾਰਾਜ ਤੁਸੀਂ ਇਹਨਾਂ 'ਚ ਕੀ ਵੇਖਿਆ? ਇਹ ਤਾਂ ਦੁਰਕਾਰੇ ਹੋਏ ਮਨੁੱਖ ਨੇ, ਇਹਨਾਂ ਦੇ ਤਾਂ ਕੋਈ ਨੇੜੇ ਨਹੀਂ, ਇਹਨਾਂ ਦੇ ਆਪਣੇ ਨੇੜੇ ਨਹੀਂ ਖਲੋਂਦੇ, ਇੰਨੇ ਮੰਦੇ ਅਮਲ ਨੇ ਇਹਨਾਂ ਦੇ। ਹਜ਼ੂਰ ਕਹਿੰਦੇ ਮੈਂ ਇਹਨਾਂ 'ਚ ਵਾਹਿਗੁਰੂ ਦੀ ਜੋਤ ਨੂੰ ਤੱਕਦਾ। ਇਹ ਭੁੱਲੇ ਹੋਏ ਨੇ, ਮੈਂ ਥੋੜ੍ਹੀ ਭੁੱਲਿਆ ਹੋਇਆ। ਇਹਨਾਂ ਨੂੰ ਨਹੀਂ ਦੀਦਾ, ਮੈਨੂੰ ਤਾਂ ਦੀਦਾ ਹੈ, ਮੈਨੂੰ ਤਾਂ ਪਤਾ ਹੈ। ਭੂਮੀਏ ਚੋਰ, ਪਤਾ ਲੱਗ ਜਾਏ ਬੰਦਾ ਚੋਰੀ ਕਰਦਾ, ਪਤਾ ਲੱਗ ਜਾਏ ਵੀ ਇਹ ਬੰਦਾ ਮਾਸ਼ਰੇ ਵਿੱਚ ਚੋਰੀ ਕਰਦਾ, ਤੇ ਚੋਰ ਵੀ ਬੜਾ ਸਿਰੇ ਦਾ ਹੋਵੇ, ਉਹਦੀ ਕੋਈ ਸ਼ਾਦੀ ਦਿੰਦਾ, ਚੋਰ ਕੀ ਹਾਮਾ ਭਰੇ ਨਾ ਕੋਈ ਹਾਮੀ ਭਰੇਗਾ ਉਹਦੀ। ਪਤਾ ਲੱਗ ਜਾਏ ਸਾਨੂੰ ਵੀ ਚੋਰ ਹੈ ਬੰਦਾ, ਤੇ ਕੋਈ ਸਾਨੂੰ ਆ ਜਾਏ, ਜੇ ਤੁਸੀਂ ਇਹਦੀ ਗਵਾਹੀ ਪਾਓ ਵੀ ਇਹਨੇ ਚੋਰੀ ਨਹੀਂ ਕੀਤੀ, ਸਾਨੂੰ ਪਤਾ ਹੋਵੇ, ਅਸੀਂ ਭਾਵੇਂ ਮੌਕੇ ਤੇ ਗਵਾਹ ਨਹੀਂ, ਪਰ ਸਾਨੂੰ ਇੰਨਾ ਪਤਾ ਹੋਵੇ ਬੰਦਾ ਚੋਰੀ ਕਰਦਾ ਹੈ, ਇਹਦੀ ਆਦਤ ਹੈ ਚੋਰੀ ਕਰਨੀ, ਆਪਾਂ ਆਖਾਂਗੇ ਜੀ ਨਹੀਂ, ਮੈਂ ਵੇਖਿਆ ਨਹੀਂ, ਪਰ ਮੈਂ ਇਹਦੀ ਹਾਮੀ ਨਹੀਂ ਭਰਨੀ। ਕੱਲ ਨੂੰ ਇਹ ਫੜਿਆ ਜਾਏ, ਲੋਕ ਮੈਨੂੰ ਵੀ ਤਾਂ ਨਾਲ ਹੀ ਨੱਥੀ ਕਰਨਗੇ ਨਾ, ਵੀ ਤੈਨੂੰ ਹਿੱਸਾ ਦਿੰਦਾ, ਤੂੰ ਇਹਦੀ ਸ਼ਾਦੀ ਭਰਦਾ ਹੈ, ਇਹਦੀ ਹਾਮੀ ਭਰਦਾ, ਇਹਦਾ ਗਵਾਹ ਬਣਦਾ ਹੈ, ਤੈਨੂੰ ਇਹਦੇ ਚੋਂ ਕੀ ਪ੍ਰੋਫਿਟ? ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਹੈ ਚੰਗਾ ਕਿਉਂ ਹੋਇਆ?
ਤੇ ਜਿਹੜਾ ਉਹਦੀ ਸ਼ਾਦੀ ਭਰਦਾ ਹੋਵੇ ਨਾ ਚੋਰ ਦੀ, ਜਦੋਂ ਚੋਰ ਉਹਦੇ ਘਰ ਨੂੰ ਹੀ ਪੈ ਜਾ ਜਾਂ ਉਹਦੀ ਚੀਜ਼ ਚੁੱਕ ਲੈ, ਫਿਰ ਸਭ ਤੋਂ ਵੱਧ ਰੌਲਾ ਵੀ ਉਹ ਪਾਉਂਦਾ। ਪਹਿਲੋਂ ਜਿਹੜਾ ਉਹਦੀਆਂ ਸਹੁੰਆਂ ਦਿੰਦਾ, ਬਾਅਦ ਵਿੱਚ ਰੌਲਾ ਸਭ ਤੋਂ ਵੱਧ ਉਹ ਪਾਉਂਦਾ ਹੈ। ਕਿਉਂਕਿ ਜਦੋਂ ਆਪਣੀ ਜੇਬ ਵੱਲੋਂ ਆਉਂਦੀ ਹੈ ਨਾ ਗੱਲ, ਜਦੋਂ ਆਪਣੇ ਆਪ ਨੂੰ ਖਤਰਾ ਮਹਿਸੂਸ ਹੁੰਦਾ, ਉਦੋਂ ਬੰਦਾ ਫਿਰ ਕਹਿੰਦਾ ਨਹੀਂ ਜੀ ਇਹ ਚੋਰ ਹੈ। ਤਾਂ ਉਹ ਜਿਹੜੀ ਚੀਜ਼ ਹੈ, ਹੁਣ ਅਜਿਹੇ ਕਰੈਕਟਰ ਦਾ ਬੰਦਾ ਹੋਵੇ ਤੇ ਭਾਵੇਂ ਅਸੀਂ ਬਹੁਤੇ ਚੰਗੇ ਨਹੀਂ, ਅਸੀਂ ਫਿਰ ਵੀ ਉਹਦੇ ਹੱਕ 'ਚ ਨਹੀਂ ਖਲੋਂਦੇ। ਸਾਨੂੰ ਹੁੰਦਾ ਇਹ ਤਾਂ ਬਦ ਹੈ, ਬਦਨਾਮ ਹੋ ਰਿਹਾ ਹੈ। ਭਾਵੇਂ ਅਸੀਂ ਬਹੁਤੇ ਚੰਗੇ ਨਹੀਂ, ਪਰ ਫਿਰ ਵੀ ਅਸੀਂ ਉਹਦੇ ਹੱਕ 'ਚ ਨਹੀਂ ਖਲੋਂਦੇ। ਹੁਣ ਤੁਸੀਂ ਵੇਖੋ, ਜਿਹੜੇ ਸਭ ਤੋਂ ਚੰਗਿਆਂ ਚੋਂ ਵੀ ਚੰਗੇ ਹੋਣ, ਅਕਲ ਦੇ ਕੋਟ ਹੋਣ, ਦਾਨਾਈ ਦੇ ਪੁੰਜ ਹੋਣ, ਉੱਚੀਆਂ ਸੁਰਤਾਂ ਦੇ ਮਾਲਕ ਰੱਬ ਜਿਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਹਾਮੀ ਨਹੀਂ ਭਰੀ ਚੋਰ ਦੀ ਵੀ ਇਹ ਚੰਗਾ ਹੈ, ਪਰ ਉਹਦੇ ਕੋਲ ਜ਼ਰੂਰ ਚਲੇ, ਉਹਨੂੰ ਸਮਝਾਇਆ, ਉਪਦੇਸ਼ ਦਿੱਤਾ। ਸੱਜਣ ਕੋਲ ਚਲੇ ਗਏ, ਠੱਗੀਆਂ ਮਾਰਦਾ। ਸਤਿਗੁਰੂ ਮਹਾਰਾਜ ਨੂੰ ਐਸਾ ਕੀ ਨਜ਼ਰ ਆਇਆ ਵੀ ਉਹ ਖੁਦ ਚੱਲ ਕੇ ਉਹਨਾਂ ਕੋਲ ਗਏ? ਨਹੀਂ ਤਾਂ ਧਰਮ ਦੇ ਦਾਇਰੇ ਵਿੱਚ ਨਾ ਤੁਸੀਂ ਵੇਖੋ, ਅਸੀਂ ਜਿਹੋ ਜਿਹੇ ਮਰਜ਼ੀ ਹੋਈਏ, ਪਰ ਸਾਡੀ ਇੱਕ ਇਮੇਜ ਬੜੀ ਹੁੰਦੀ ਨਾ ਵੀ ਧਾਰਮਿਕ ਬੰਦੇ ਨੇ। ਭਾਵੇਂ ਹੁੰਦੇ ਅਸੀਂ ਸਧਾਰਨ ਹੀ ਆ, ਸਧਾਰਨ ਲੋਕਾਂ ਵਾਂਗ, ਹੋ ਸਕਦਾ ਹੈ ਸਧਾਰਨ ਬੰਦਿਆਂ ਨਾਲੋਂ ਵੀ ਵੱਧ ਸਾਡੇ ਚੌਗੁਣ ਹੋਣ, ਹੁੰਦੇ ਵੀ ਨੇ। ਆਮ ਬੰਦੇ ਨੂੰ ਧਰਮ ਦਾ ਭੈ ਹੁੰਦਾ, ਸਾਡਾ ਨਿਕਲਿਆ ਹੁੰਦਾ, ਅਸੀਂ ਉਹ ਪਰਦਾ ਹਟਾ ਲਿਆ ਹੁੰਦਾ। ਪਰ ਇਹਦੇ ਬਾਵਜੂਦ ਵੀ ਜਿਹੜਾ ਹੈ, ਸਾਨੂੰ ਪਤਾ ਵੀ ਹੁੰਦਾ ਵੀ ਨਹੀਂ ਬੰਦਾ ਇੰਨਾ ਗਲਤ ਨਹੀਂ, ਪਰ ਮਾਸ਼ਰੇ ਵਿੱਚ, ਸਮਾਜ ਵਿੱਚ, ਸੁਸਾਇਟੀ ਵਿੱਚ ਉਹ ਬਦਨਾਮ ਹੋ ਗਿਆ ਕਿਸੇ ਰੀਜ਼ਨ ਕਰਕੇ। ਸਾਡੀ ਜੁਰਤ ਨਹੀਂ ਅਸੀਂ ਉਹਦੇ ਕੋਲ ਖਲੋ ਜਾਈਏ। ਕਾਰਨ ਉਹਦਾ ਪਤਾ ਕੀ ਹੈ? ਬਾਕੀ 10 ਬੰਦੇ ਸਾਨੂੰ ਵੀ ਉਹਦੇ ਨਾਲ ਨੱਥੀ ਕਰਨਗੇ, ਕਹਿਣਗੇ ਤੁਸੀਂ ਉਹਦੇ ਕੋਲ ਖੜੇ ਕੀ ਕਰਦੇ ਸੀ? ਇੰਨੇ ਨਾਲ ਹੀ ਸਾਡੇ ਸਾਰੇ ਢਾਂਚੇ ਨੂੰ ਖਤਰਾ ਪੈਦਾ ਹੋ ਜਾਂਦਾ। ਸਾਨੂੰ ਲੱਗਦਾ ਜੇ ਲੋਕ ਹੀ ਨਾਰਾਜ਼ ਹੋ ਗਏ ਤਾਂ ਬਾਕੀ ਕੀ ਰਹਿ ਗਿਆ? ਲੋਕ ਸਾਡੇ ਬਾਰੇ ਕੀ ਸੋਚਣਗੇ, ਕੀ ਕਹਿਣਗੇ, ਕੀ ਕਥਨਗੇ? ਪਰ ਗੁਰੂ ਨਾਨਕ ਮਹਾਰਾਜ ਬੜੇ ਬੇਪਰਵਾਹ। ਉਹਨਾਂ ਦੇ ਅੰਦਰ ਬੇਪਰਵਾਹੀ ਇੰਨੀ ਉੱਚੀ ਹੈ, ਉਹ ਕਹਿੰਦੇ ਨੇ ਮੇਰੇ ਦਾਮਨ ਦੇ ਉੱਤੇ ਕੋਈ ਕਾਲ ਖਿਲਾਉਣ ਦੀ ਕੋਸ਼ਿਸ਼ ਕਰੇ, ਲੱਗ ਨਹੀਂ ਸਕਦਾ। ਮੇਰਾ ਫਰਜ਼ ਹੈ, ਮੈਂ ਧਰਮੀ ਹਾਂ, ਮੇਰੇ ਕੋਲ ਚਾਨਣ ਹੈ ਤੇ ਮੈਂ ਉਹਨੂੰ ਹਨੇਰੇ 'ਚ ਭੜਕਦੇ ਨੂੰ ਚਾਨਣ ਜ਼ਰੂਰ ਵਿਖਾਉਣ ਜਾਵਾਂਗਾ। ਮਰਜ਼ੀ ਉਹਦੀ ਹੈ, ਬਦਲਣਾ ਚਾਹੇ ਠੀਕ ਹੈ, ਨਾ ਬਦਲਣਾ ਚਾਹੇ ਤਾਂ ਵੀ ਠੀਕ ਹੈ। ਕਿਉਂਕਿ ਸਾਡੇ ਵਰਗੇ ਅਸੀਂ ਜਿਹੜੇ ਜੀਨੇ ਆ ਨਾ, ਮੁਆਫ ਕਰਨਾ, ਅਸੀਂ ਭਰਮਾਂ ਭੁਲੇਖਿਆਂ ਨੂੰ ਸਿਰਜ ਕੇ ਜੀਨੇ। ਇੱਕ ਭਰਮ ਜਿਹਾ ਬਣਾ ਛੱਡੋ, ਮੈਂ ਬੜਾ ਚੰਗਾ ਬੰਦਾ, ਉਹ ਭਰਮ ਦੀ ਅਸੀਂ ਜਾਲਾ ਜਿਹਾ ਜਾਂ ਭਰਮ ਦਾ ਇੱਕ ਮਖੌਟਾ ਜਿਹਾ ਜਿਹੜਾ ਉਹਦੇ ਬੇਸ ਦੇ ਉੱਤੇ ਸਾਡਾ ਕੰਮ ਚੱਲ ਰਿਹਾ ਹੁੰਦਾ ਹੈ, ਅੰਦਰ ਕੱਖ ਨਹੀਂ ਹੁੰਦਾ। ਪਰ ਗੁਰੂ ਨਾਨਕ ਅੰਦਰੋਂ ਭਰੇ ਹੋਏ ਨੇ, ਪੂਰਨ ਸੱਚ ਭਰੇ, ਉਹਨਾਂ ਨੂੰ ਕੋਈ ਖਤਰਾ ਨਹੀਂ। ਕੋਈ ਉਹਨਾਂ ਨੂੰ ਨਿੰਦੀ ਜਾਏ, ਇਹ ਚੋਰਾਂ ਕੋਲ ਜਾਂਦੇ ਨੇ, ਠੱਗਾਂ ਕੋਲ ਜਾਂਦੇ ਨੇ, ਕੀ ਫਰਕ ਪੈਂਦਾ? ਉਹਨਾਂ ਨੂੰ ਵਡਿਆਈ ਸਾਡੀ ਚਾਹੀਦੀ ਹੀ ਨਹੀਂ। ਸਾਡਾ ਉਹਨਾਂ ਨੂੰ ਝੂਠਾ ਜਿਹੜਾ ਸਤਿਕਾਰ ਉਹ ਨਹੀਂ ਚਾਹੀਦਾ। ਉਹਨਾਂ ਨੂੰ ਸਤਿਕਾਰ ਕਰਨ ਵਾਲਾ ਭਾਵੇਂ ਇੱਕ ਹੀ ਮਿਲੇ, ਪਰ ਉਹ ਕੁਰਬਾਨ ਹੋਣ ਵਾਲਾ ਹੋਏਗਾ। ਸਾਡੇ ਵਾਂਗ ਨਹੀਂ, ਗੱਲਾਂ ਵਾਲੇ ਸਤਿਕਾਰ ਨਹੀਂ ਚਾਹੀਦੇ ਉਹਨਾਂ ਨੂੰ। ਵੀ ਜਿਹੜੇ ਗੁਰੂ ਨਾਨਕ ਦੇ ਰਾਹ ਦੇ ਪਾਂਧੀ ਹੀ ਨਹੀਂ, ਉਹ ਲੱਖ ਭਾਵੇਂ ਜੈ ਜੈਕਾਰਾ ਕਰੀਏ, ਉਹ ਕਹਿੰਦੇ ਨੇ ਮੈਨੂੰ ਇਹਦੀ ਭੁੱਖ ਕੋਈ ਨਹੀਂ, ਨਾ ਮੈਨੂੰ ਚਾਹੀਦਾ, ਮੈਨੂੰ ਇਹਦੀ ਲੋੜ ਹੀ ਨਹੀਂ। ਕਿਉਂਕਿ ਗੁਰੂ ਦੀ ਵਡਿਆਈ ਲੋਕਾਂ ਦੀ ਜ਼ਬਾਨ ਤੱਕ ਡਿਪੈਂਡ ਥੋੜਾ, ਨਿਰਭਰ ਥੋੜਾ। ਤੂੰ ਭੌਰ ਉਸਤਾਦ ਨਿਤ ਭਾਖਿਆ ਬੋਲੇ। ਗੁਰੂ ਉਸਤਾਦ ਹੈ ਭਵਰੇ ਦੀ ਨਿਆਈ। ਉਹ ਜਿਹੜਾ ਬ੍ਰਹਮ ਸਾਡੇ ਅੰਦਰ, ਅਸੀਂ ਉਹਨੂੰ ਨਹੀਂ ਪਛਾਣਦੇ, ਉਹ ਸਾਡੇ ਅੰਦਰ ਦੇ ਬ੍ਰਹਮ ਨੂੰ ਵੀ ਪਛਾਣਦਾ। ਇਹ ਰੱਬ ਦੇ ਬੰਦੇ ਨੇ, ਇਹਨਾਂ 'ਚ ਵੀ ਰੱਬ ਦੀ ਜੋਤ ਹੈ। ਕਿੰਨਾ ਵਿਸ਼ਾਲ ਹੈ ਧਰਮ, ਕਿੰਨੀ ਵਿਸ਼ਾਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੁਰਤ। ਹਜ਼ੂਰ ਮਿਹਰ ਕਰਦੇ ਹਨ, ਤੈਂ ਮੈਂ ਕੀਆ ਸੋ ਮਾਲੂਮ। ਹੇ ਵਾਹਿਗੁਰੂ, ਤੂੰ ਸਾਡੇ ਅੰਦਰ ਹੈ, ਸਾਨੂੰ ਖਬਰ ਨਹੀਂ, ਪਰ ਅਸੀਂ ਜੋ ਕਰਦੇ ਹਾਂ ਤੈਨੂੰ ਮਾਲੂਮ, ਤੈਨੂੰ ਖਬਰ ਹੈ। ਤੈਥੋਂ ਕੁਝ ਗੁੱਝਾ ਨਹੀਂ ਹੈ, ਤੈਥੋਂ ਕੁਝ ਭੁੱਲਿਆ ਹੋਇਆ ਨਹੀਂ, ਤੈਥੋਂ ਕੁਝ ਲੁਕਿਆ ਹੋਇਆ ਨਹੀਂ। ਤੂੰ ਸਭ ਵਿਦ ਜਾਣਦਾ, ਸਾਰੀ ਘਾੜਤ ਸਮਝਦਾ। ਫਿਰ ਹਜ਼ੂਰ ਫਰਮਾਉਂਦੇ ਨੇ, ਅਕੁਲ ਪੁਰਖ ਇੱਕ ਚਲਤ ਉਪਾਇ। ਅਕੁਲ ਦਾ ਮਤਲਬ ਹੈ ਕੁਲ ਤੋਂ ਰਹਿਤ।
इस शब्द की आप अगे तफसील नाल विचार कीती सी। अकुल तो भाव है धरती के उत्ते जिस बंदे ने जन्म लिया है वो किसी ना किसी खाने च वंडिया ही जाएगा। रंग करके वंडिया जाए, नस्ल करके वंडिया जाए, बिरादरी करके वंडिया जाए, धरती के किसी हिस्से करके वंडिया जाए, खानदान कुल करके वंडिया, किसी ना किसी दायरे च उन्होंने बझना। वाहिगुरू अकाल पुरख ना मनुखा वांग पैदा होया, ना वो किसी दायरे च वंडिया होया। वो पुरख है, सर्व व्यापक है। एक चलत पाया उसने संसार की एक खेड रची हुई है। ये सारा जगत जिहड़ा उहदा चलत एक खेड है उसकी जिहड़ी उसने पैदा की थी। घट घाटे अंतर ब्रह्म लुकाया, हर हिरदे दे विच उस वाहिगुरू ने अपना आत्मा, अपनी चेतना, अपना ब्रह्म टिकाया होया। ब्रह्म का अर्थ आत्मा भी है, चेतना। वाहिगुरू ने अपना आपा, अपना आत्मा हर एक दे अंदर टिकाया होया। लुकाया शब्द वरत, लुकिया जिहड़ा ज़ाहर ना होवे पर है अखां तो उजल। फिर फरमाउंदे हन, ज्यों प्रगासिया माटी कुंभियो, आप ही करता बीठल दिओ। प्रगासिया मतलब प्रगट हो, जिवें मिट्टी है तो मिट्टी दे विचों ही एक जुगत नाल मिट्टी का ही घड़ा बनाया जाता है ना जी। जिहड़ा घड़ा बनता कुंभियो, कुंभ पानी पाउण वाला जां कोई वस्तु पाउण वाला भांडा मिट्टी का, वो है तो मिट्टी चों ही बनया होया ना, पर उसकी घाड़त करके वो बाकी मिट्टी नालों वखरा लगता। हजूर फरमाउंदे ने, आप ही करता बीठल दिओ। ये संसार दे ज़ारा रूप विच भी वो बीठल निर्लेप अलेप परमेश्वर वाहिगुरू जिहड़ा आप ही प्रकाश रूप परमेश्वर जिहड़ा आप ही ज़ारा जगत के रूप विच भी है। जिवें मिट्टी ते मिट्टी तो बनया होया घड़ा, धातु उन्हां दा असला एक ही है दोवां दा, पर घाड़त करके वो वखरा नज़र आउंदा है। परमेश्वर आप ही आप वरत रहा पर जगत घाड़त करके वखरा नज़र आउंदा। रूप हन, रंग हन, आकार हन, बनतना हन। तो हजूर फरमाउंदे हन, जी का बंधन कर्म व्याप है, पर मनुख नूं समझ क्यों नहीं? ਉਹਦੀ सर्व व्यापकता तो मनुख अनजान क्यों है? कहते ने जी का मतलब है साडी जिंद आत्मा दे, आत्मा नूं जंजाल व्यापिया होया है। काहदा? कर्मां दा। कर्म का मतलब है ते कीते हुए कम्मां दे असर, मंदे संस्कारां दे कारण साडी जिंद नूं, साडे हिरदे नूं, साडी सुरत नूं, साडे आत्मा नूं जंजाल व्यापिया होया पूरी तरह। जंजाल का मतलब हुंदा कर्मां दा प्रभाव साडे उत्ते, मंदे कर्मां दा असर इन्ना ज़्यादा है, मंदे संस्कारां दा प्रभाव छप्पा इन्ना पिया होया है कि सानू उस परमेश्वर वाहिगुरू की हस्ती का एहसास नहीं हुंदा। जो कुछ किया सो आपे आपे, सानू इस गल की खबर नहीं लगती, समझ नहीं पैंदी भी जो कुछ उन्हें कीता है वो आप ही आप वरत रहा है अपने कीते हुए दे विच। प्रणवत नाम दिओ, यह जियो चितवै सुल है। प्रणवत का मतलब होंदा प्रणवै, प्रणवत, प्रणवत नानक तिन की शरणा। प्रणवत आखदा है, प्रणवै कहंदा है। नाम दिओ जी आखदे हन, ये जियो चितवै सुल है। ये जिंद, ये मन जे चितवन लग पे, चितवन का मतलब होंदा है डिमांड करनी। आपां कहने ना भी अपना चितवया हर प्रभ जाना, जो मेरे चित। डिमांड, इच्छा शक्ति जिन्होंने आप कहने भी अंदरों कोई चीज़ की मंग उठे। कहते ने जे ये जिंद डिमांड करे, भाव ये अंदर जग्यासा भाव पैदा होए, भुख पैदा हो, उत्सुकता पैदा होए कि मैं सर्व व्यापक परमेश्वर वाहिगुरू विच भेद होना है, उसनों जानना है, आपा सवारना है। ये जियो चितवै सुल है। जे चितवेगी तो प्राप्त कर लेगी, जे नहीं चितवेगी तो अपने अंदर परमेश्वर हुंदियां होया भी वो तो भेज रहेगी, उस तो अनजान रहेगी, उस तो जीव भुलिया रहेगा, उसकी खबर नहीं पा सकेगा, समझ नहीं लै सकेगा, एहसास नहीं कर सकेगा। पर जे चितवेगा, जग्यासा रखेगा तो जरूर हासिल कर लेगा। अमर होए सद आकुल रहे। सद शब्द नूं देली दीपक हुंदा है। ये कमरे दे अंदर भी चानण करना है तो वेड़े च भी चानण करना है।
ਜੇ ਦੀਵਾ ਤੁਸੀਂ ਬਾਹਰ ਲੈ ਆਓਗੇ ਤੇ ਕਮਰੇ 'ਚ ਹਨੇਰਾ ਹੋ ਜਾਏਗਾ, ਤੇ ਜੇ ਕਮਰੇ 'ਚ ਲੈ ਜਾਓਗੇ ਤੇ ਬਾਹਰ ਹਨੇਰਾ ਹੋ ਜਾਏਗਾ। ਉਹਦੇ ਲਈ ਵਿਦਵਾਨਾਂ ਨੇ ਕਿਹਾ ਦੇਲੀ, ਉਹ ਦੀਵਾ ਜਿਹੜਾ ਦੇਲੀ ਦੇ ਵਿੱਚ ਦਰਵਾਜ਼ੇ 'ਚ ਜਗਾ ਕੇ ਰੱਖਦੇ, ਅੱਧਾ ਚਾਨਣ ਅੰਦਰ ਨੂੰ ਜਾਂਦਾ ਤੇ ਅੱਧਾ ਬਾਹਰ ਨੂੰ ਆਉਂਦਾ। ਕੁਝ ਸ਼ਬਦ ਹੁੰਦੇ ਹਨ ਜਿਹੜਾ ਵਿਚਕਾਰ ਸ਼ਬਦ ਆ ਜਾਂਦਾ ਨਾ, ਵਿਚਕਾਰ, ਉਹ ਦੋ ਪਾਸੀ ਅਰਥ ਦਿੰਦਾ, ਉਹਨੂੰ ਵਿਦਵਾਨ ਦੇਲੀ ਦੀਪਕ ਕਹਿੰਦੇ। ਵਿਚਕਾਰ ਰੱਖਿਆ ਹੋਇਆ ਦੀਵਾ ਜਿਹੜਾ ਇੱਧਰ ਵੀ ਅਰਥ ਦੇ ਦਿੰਦਾ, ਇੱਧਰ ਵੀ ਅਰਥ ਦੇ ਦਿੰਦਾ। ਅਮਰ ਹੋਏ ਸਦ ਆਕੁਲ ਰਹਿ, ਇਕੱਠਾ ਬੋਲਿਆ ਜਾਏਗਾ। ਸਦਾ ਹੀ ਜਿਹੜਾ ਆਕੁਲ ਰਹਿ, ਉਸ ਰੂਪ ਰੇਖ ਰੰਗ ਬਣਾਵਟ ਤੋਂ ਰਹਿਤ ਨਿਰਾਕਾਰ ਨਿਰਗੁਣ ਸਰੂਪ ਪਰਮੇਸ਼ਰ ਵਾਹਿਗੁਰੂ ਵਿੱਚ ਸਮਾਇਆ ਰਹਿੰਦਾ ਹੈ। ਅਮਰ ਹੋਏ ਸਦ, ਉਹ ਸਦੀਵ ਕਾਲ ਅਮਰ ਹੋ ਜਾਂਦਾ, ਆਤਮਕ ਮੌਤ ਤੋਂ ਮੁਕਤ ਹੋ ਜਾਂਦਾ, ਉਹ ਆਤਮਕ ਮੌਤ ਦੇ ਬੰਧਨ ਤੋਂ ਰਹਿਤ ਹੋ ਜਾਂਦਾ, ਉਹ ਆਤਮਕ ਜੀਵਨ ਮਾਣਦਾ ਹੈ। ਆਤਮਕ ਜ਼ਿੰਦਗੀ ਦਾ, ਜਿਸ ਨੂੰ ਬਾਣੀ ਨੇ ਕਿਹਾ ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਅੰਮ੍ਰਿਤ ਪੀਵੋ ਸਦਾ ਚਿਰ ਜੀਵ, ਉਹ ਸਦਾ ਹੀ ਆਤਮਕ ਜੀਵਨ ਮਾਣਦਾ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਚੇਤਾ ਕਰਦਾ ਹੈ। ਸਾਹਿਬ ਕਿਰਪਾ ਕਰਨ, ਭਗਤ ਜੀ ਮਹਾਰਾਜ ਦਾ ਉਪਦੇਸ਼, ਉਹਨਾਂ ਦੀ ਬਾਣੀ ਦੇ ਵਿੱਚੋਂ ਸਾਡੇ ਸਭਨਾਂ ਦੇ ਮਨ ਹਿਰਦਿਆਂ ਦੇ ਵਿੱਚ ਵਸੇ। ਸਤਿਗੁਰੂ ਮਹਾਰਾਜ ਦੀ ਬਾਣੀ ਦਾ ਪ੍ਰੇਮ ਸਾਡੇ ਹਿਰਦਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਟਿਕਿਆ ਰਹੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।